ਧੰਨ ਵਾਹਿਗੁਰੂ ਸਾਹਿਬ ਜੀਓ। ਪੰਜ ਨਿਵਾਜਾਂ ਵਖਤ ਪੰਜ, ਪੰਜਾ ਪੰਜੇ ਨੌ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸ਼ਨਾਏ। ਕਰਨੀ ਕਲਮਾ ਆਖ ਕੈ, ਤਾਂ ਮੁਸਲਮਾਨ ਸਦਾਏ। ਨਾਨਕ ਜੇਤੇ ਕੂੜਿਆਰ, ਕੂੜੈ ਕੂੜੀ ਪਾਏ। ਨਾਨਕ ਜੇਤੇ ਕੂੜਿਆਰ, ਕੂੜੈ ਕੂੜੀ ਪਾਏ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਅੰਦਰੋਂ ਸਾਧ ਸੰਗਤ ਸਤਿਗੁਰਾਂ ਦਾ ਬਖਸ਼ਿਸ਼ ਇਹ ਪਾਵਨ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਅੰਗ 141 ਉੱਪਰ ਸੁਭਾਏਮਾਨ ਹੈ। ਇਹ ਪਾਵਨ ਸ਼ਲੋਕ ਆਪ ਜੀ ਨੇ ਬੜੇ ਪਿਆਰ, ਬੜੀ ਇਕਾਗਰਤਾ ਨਾਲ ਸਰਵਣ ਕੀਤਾ ਹੈ। ਆਪ ਸੰਗਤ ਵਿੱਚੋਂ ਹੁਕਮ ਹੋਇਆ ਸੀ ਕਿ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਦੇ ਅੰਦਰ ਪੰਜ ਨਿਵਾਜਾਂ ਦਾ ਜ਼ਿਕਰ ਕੀਤਾ ਹੈ। ਉਹ ਪੰਜ ਨਿਵਾਜਾਂ ਸਤਿਗੁਰ ਨੇ ਕਿਸ ਪ੍ਰਥਾਏ ਉਚਾਰਨ ਕੀਤੀਆਂ ਨੇ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਬਾਣੀ ਦਾ ਇਹ ਸਿਧਾਂਤ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਿੱਖ ਨੂੰ ਕਿਸੇ ਵੀ ਕਰਮ ਨੂੰ ਕਰਨ ਤੋਂ ਮਨਾ ਨਹੀਂ ਕੀਤਾ। ਅਸੀਂ ਕਈ ਵਾਰੀ ਇਹ ਸ਼ਬਦ ਵਰਤਨੇ ਆ ਵੀ ਸਤਿਗੁਰ ਨੇ ਤੀਰਥਾਂ ਤੇ ਜਾਣ ਨੂੰ ਮਨਾ ਕੀਤਾ ਹੈ, ਸਤਿਗੁਰ ਨੇ ਵਰਤ ਰੱਖਣ ਦੇ ਲਈ ਮਨਾ ਕੀਤਾ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਿਆ ਇਹ ਗੱਲ ਸਹਿਜੇ ਸਾਨੂੰ ਸਮਝ ਆ ਜਾਏਗੀ ਵੀ ਸਤਿਗੁਰ ਨੇ ਮਨਾ ਨਹੀਂ ਕੀਤਾ, ਪਰ ਸਤਿਗੁਰ ਨੇ ਕਿਰਪਾ ਕਰਕੇ ਇਹਨਾਂ ਤੀਰਥਾਂ ਦੀ, ਇਹਨਾਂ ਵਰਤਾਂ ਦੀ ਪਰਿਭਾਸ਼ਾ ਸਤਿਗੁਰ ਨੇ ਆਪਣੀ ਗੁਰਮਤ ਦੇ ਨਜ਼ਰੀਏ ਵਿੱਚ ਰਹਿ ਕੇ ਕਮਾਉਣ ਦੀ ਹਦਾਇਤ ਕੀਤੀ ਹੈ। ਤੀਰਥ ਉਹ ਨਹੀਂ ਸਿੱਖ ਨੇ ਜਾਣਾ ਜਿਸ ਤੀਰਥ ਤੇ ਦੁਨਿਆਵੀ ਲੋਕ ਜਾਂਦੇ ਨੇ। ਤੀਰਥ ਗੁਰਬਾਣੀ ਦੇ ਅੰਦਰੋਂ ਸਮਝਣਾ ਪਏਗਾ ਵੀ ਉਹ ਕਿਹੜਾ ਤੀਰਥ ਹੈ ਜਿੱਥੇ ਸਤਿਗੁਰ ਕਹਿੰਦੇ ਨੇ ਤੂੰ ਜਾ, ਔਰ ਇਹ ਨਹੀਂ ਸਤਿਗੁਰ ਕਹਿੰਦੇ ਨੇ ਮੈਂ ਵੀ ਉਸ ਤੀਰਥ ਤੇ ਜਾਣਾ, ਮੈਂ ਵੀ ਉਸ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ। ਉਹ ਕਿਹੜਾ ਤੀਰਥ ਹੈ ਸਾਧ ਸੰਗਤ? ਉਹ ਕਿਹੜੀਆਂ ਪੰਜ ਨਮਾਜ਼ਾਂ ਨੇ ਸਾਧ ਸੰਗਤ? ਇਹ ਬਾਣੀ ਦੇ ਅੰਦਰੋਂ ਸਮਝਣਾ ਸਿੱਖ ਦੇ ਲਈ ਬੜਾ ਜ਼ਰੂਰੀ ਹੈ। ਆਓ ਅੱਜ ਸਤਿਗੁਰ ਕੀ ਪਾਵਨ ਬਾਣੀ ਵਿੱਚੋਂ ਆਪਾਂ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਹੁਤ ਪਿਆਰਾ ਇੱਕ ਬਚਨ ਆਪ ਸਰਵਣ ਕਰਦੇ ਹੋ। ਸਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਮੈਂ ਵੀ ਤੀਰਥ ਤੇ ਨਾਵਾਂ, ਪਰ ਤਾਂ ਨਾਵਾਂ ਜੇ ਤੈਨੂੰ ਭਾ ਜਾਵਾਂ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਪਾਣੇ ਕੇ ਨਾਏ ਕਰੀ। ਸਤਿਗੁਰ ਜੀ ਜੇ ਮੈਂ ਤੈਨੂੰ ਪਾਉਣਾ ਹੀ ਨਹੀਂ, ਭਾਵ ਜੇ ਮੇਰਾ ਤੀਰਥ ਤੇ ਜਾਣਾ ਉਹ ਸਿਰਫ ਇੱਕ ਬਾਹਰੀ ਦਿਖਾਵਾ ਹੈ, ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਐਸਾ ਨਾ ਕਿ ਹੇ ਮੇਰੇ ਸਤਿਗੁਰ ਜੀ ਮੈਂ ਕਰਨਾ ਵੀ ਕੀ ਹੈ। ਫਿਰ ਪੁੱਛ ਲਈਏ ਮੇਰੇ ਸਤਿਗੁਰੂ ਕੋਲੋਂ ਕਿ ਦਾਤਾਰ ਪਿਤਾ ਕਿਰਪਾ ਕਰਕੇ ਦੱਸੋ ਵੀ ਕਿਹੜਾ ਤੀਰਥ ਹੈ ਜਿੱਥੇ ਸਿੱਖ ਨੇ ਨਹਾਣਾ ਹੈ। ਤੇ ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਉਹ ਤੀਰਥ ਹੈ, ਤੀਰਥ ਨਾਵਣ ਜਾਉ ਤੀਰਥ ਨਾਮ ਹੈ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਧਨਾਸਰੀ ਰਾਗ ਵਿੱਚ। ਸਾਹਿਬ ਕਹਿੰਦੇ ਨੇ, ਤੀਰਥ ਮੈਂ ਨਹਾਣ ਜਾਂਦਾ ਹਾਂ, ਪਰ ਮੇਰੇ ਲਈ ਤੀਰਥ ਨਾਮ ਹੈ। ਇਹਦਾ ਭਾਵ ਹੈ ਵੀ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ, ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਕਰਮ ਕਰਨਾ, ਸਤਿਗੁਰ ਦੀ ਦਿੱਤੀ ਵਿਚਾਰਧਾਰਾ ਦੇ ਵਿੱਚ ਆਪਣੀ ਮਤ ਨੂੰ ਚਲਾਣਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਹੀ ਮੇਰੇ ਲਈ ਸੱਚਾ ਤੀਰਥ ਹੈ। ਤੀਰਥ ਨਾਮਨ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਗੱਲ ਹੋਰ ਸਪਸ਼ਟ ਹੋ ਜਾਏਗੀ ਸਾਧ ਸੰਗਤ। ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਨੀ, ਗੁਰੂ ਦੇ ਉਪਦੇਸ਼ ਦਾ ਮੰਥਨ ਕਰਨਾ, ਗੁਰੂ ਦੇ ਉਪਦੇਸ਼ ਦਾ ਚਿੰਤਨ ਕਰਨਾ। ਸਾਹਿਬ ਕਹਿੰਦੇ ਨੇ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉਸ ਤੀਰਥ ਦੇ ਨਾਲ ਸਾਹਿਬ ਕਹਿੰਦੇ ਨੇ, ਤੇਰੇ ਅੰਦਰ ਗਿਆਨ ਪੈਦਾ ਹੋਏਗਾ। ਤੀਰਥ ਨਾਮਨ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ, ਤੀਰਥ 10 ਪੁਰਬ ਸਦਾ ਦਸ਼ਹਰਾ। ਲੋਕਾਂ ਨੇ 10 ਦਿਨ ਬੜੇ ਪਵਿੱਤਰ ਮੰਨੇ ਹੋਏ ਸਨ, ਜਿਵੇਂ ਏਕਾਦਸ਼ੀ, ਦੁਆਦਸ਼ੀ। ਇਹਨਾਂ ਦਿਨਾਂ ਤੇ ਲੋਕ ਤੀਰਥਾਂ ਤੇ ਇਸ਼ਨਾਨ ਕਰਨ ਦੇ ਮਹੱਤਮ ਦੱਸਦੇ ਹੁੰਦੇ ਸਨ ਵੀ ਇਹਨਾਂ ਦਿਨਾਂ ਵਿੱਚ ਤੀਰਥ ਤੇ ਇਸ਼ਨਾਨ ਕਰੋਗੇ, ਉਹਦਾ ਤੁਹਾਨੂੰ ਆਹ ਦਾਨ ਪੁੰਨ ਕਰੋਗੇ, ਆਹ ਚੀਜ਼ ਮਿਲੇਗੀ, ਆਹ ਕੁਝ ਮਿਲੇਗਾ। ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਪਰਮਾਤਮਾ ਦੇ ਸ਼ਬਦ ਨੂੰ ਸਮਝਣਾ ਔਰ ਉਸ ਸ਼ਬਦ ਨੂੰ ਆਪਣੇ ਸੁਰਤ ਮੰਡਲ ਦੇ ਅੰਦਰ ਟਿਕਾ ਲੈਣਾ, ਇਹੀ ਮੇਰੇ ਲਈ ਸਤਿਗੁਰ ਕਹਿੰਦੇ ਨੇ ਤੀਰਥ ਹੈ, ਇਹੀ ਮੇਰੇ ਲਈ ਇਸ਼ਨਾਨ ਹੈ। ਸਾਹਿਬ ਦੇ ਇਸੇ ਤਰ੍ਹਾਂ ਬਾਣੀ ਦੇ ਅੰਦਰ 5 ਨਿਮਾਜ਼ਾਂ ਦਾ ਜ਼ਿਕਰ ਕੀਤਾ, ਜਿਸ ਵਿਸ਼ੇ ਤੇ ਆਪਾਂ ਸਾਧ ਸੰਗਤ ਅੱਜ ਗੱਲ ਕਰਨੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਸਿੱਖਾ, ਇੱਕ ਮੁਸਲਮਾਨ ਵੀਰ 5 ਵੇਲੇ ਨਮਾਜ਼ ਪੜ੍ਹਦਾ ਹੈ। ਉਹਦੀ 5 ਵਕਤ ਦੀ ਨਮਾਜ਼ ਹੈ, ਜਿਹੜੀ ਉਹਨੂੰ ਪਰਮਾਤਮਾ ਰੱਬ ਅੱਲਾਹ ਤਾਲਾ ਦੇ ਨਾਲ ਜੁੜਨ ਦੇ ਲਈ ਨੇਮ ਵਿੱਚ ਮਿਲੀ ਹੋਈ ਹੈ। ਜਿਹੜਾ 5 ਨਮਾਜ਼ਾਂ ਪੜ੍ਹਦਾ ਹੈ ਉਹ ਪੱਕਾ ਮੁਸਲਮਾਨ ਹੁੰਦਾ ਹੈ, ਤੇ ਜਿਹੜਾ 5 ਨਮਾਜ਼ਾਂ ਨੂੰ ਨਹੀਂ ਪੜ੍ਹਦਾ ਉਹ ਮੁਸਲਮਾਨ ਨੂੰ ਮੁਸਲਮਾਨ ਧਰਮ ਦੇ, ਇਸਲਾਮ ਧਰਮ ਦੇ ਅੰਦਰ ਕਾਫਰ ਮੰਨਿਆ ਜਾਂਦਾ ਹੈ। ਇਸ ਕਰਕੇ ਮੁਸਲਮਾਨ 5 ਵਕਤ ਦਾ ਨਮਾਜ਼ੀ ਹੁੰਦਾ ਹੈ। ਔਰ ਉਹਦੀਆਂ 5 ਵਕਤ ਦੀਆਂ ਨਮਾਜ਼ਾਂ ਨੇ। ਸਵੇਰ ਦੀ ਨਮਾਜ਼ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਦੀ, ਫਿਰ ਜਦੋਂ ਸੂਰਜ ਚੜ੍ਹਦਾ ਉਸ ਵਕਤ ਦੀ ਨਮਾਜ਼ ਹੈ, ਫਿਰ ਦੁਪਹਿਰ ਨੂੰ ਜਦੋਂ ਦੁਪਹਿਰ ਦਾ ਵਕਤ ਹੁੰਦਾ ਹੈ ਉਸ ਵੇਲੇ ਦੀ ਨਮਾਜ਼ ਹੈ, ਸੂਰਜ ਛਿਪਣ ਤੋਂ ਪਹਿਲਾਂ ਦੀ ਨਮਾਜ਼ ਹੈ, ਤੇ ਸੂਰਜ ਛਿਪਣ ਤੋਂ ਬਾਅਦ ਦੀ ਨਮਾਜ਼ ਹੈ। 5 ਵਕਤ ਨੇ ਇਹਨਾਂ ਨਮਾਜ਼ਾਂ ਦੇ, ਔਰ 5 ਵਕਤ ਇਹ ਵੱਖੋ ਵੱਖਰੀ ਨਮਾਜ਼ ਜਿਹੜੀ ਇਹ ਪੜ੍ਹੀ ਜਾਂਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਗੁਰੂ ਕੇ ਸਿੱਖਾ, ਇੱਕ ਮੁਸਲਮਾਨ ਇਸਲਾਮ ਧਰਮ ਦੇ ਅੰਦਰ 5 ਵਕਤ ਨਮਾਜ਼ ਪੜ੍ਹਦਾ। ਉਹ ਕਹਿੰਦਾ 5 ਵਕਤ ਨਮਾਜ਼ ਪੜ੍ਹੀ, ਮੈਂ ਆਪਣੇ ਮਾਲਕ ਦੇ ਅੰਦਰ, ਆਪਣੇ ਸਤਿਗੁਰੂ, ਆਪਣੇ ਅੱਲਾਹ ਤਾਲਾ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਵਾਂਗਾ। ਸਾਹਿਬ ਕਹਿੰਦੇ ਨੇ, ਵੇਖ, ਬਾਹਰਮੁਖੀ ਨਮਾਜ਼ ਪੜ੍ਹੀ, ਤੇ ਜੇ ਨਮਾਜ਼ ਪੜ੍ਹਨ ਤੋਂ ਬਾਅਦ ਦੁਨਿਆਵੀ ਅੰਦਰ ਦੇ ਜਿਹੜੇ ਮਨੁੱਖੀ ਮਨ ਦੀ ਮਾਨਸਿਕਤਾ ਹੈ, ਜੇ ਉਹ ਬਦਲੀ ਨਾ, ਕਿਉਂਕਿ ਇਹਨਾਂ ਦੇ ਆਧਾਰ ਤੇ ਬੰਦੇ ਦਾ ਜੀਵਨ ਬਦਲਣਾ ਹੈ, ਤੇ ਜੇ ਅੰਦਰ ਦਾ ਜੀਵਨ ਹੀ ਨਹੀਂ ਬਦਲਿਆ, ਸਤਿਗੁਰ ਬਾਣੀ ਦੇ ਅੰਦਰ ਵੀ ਇਹੀ ਸ਼ਬਦ ਕਹਿੰਦੇ ਨੇ, ਤੁਸੀਂ ਅੰਮ੍ਰਿਤ ਬਾਣੀ ਪੜ੍ਹਦੇ ਹੋ ਸਾਧ ਸੰਗਤ। ਪਾਤਸ਼ਾਹ ਕਹਿੰਦੇ ਨੇ, ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਆ ਮੈਂ ਤੈਨੂੰ ਦੱਸਾਂ ਤੇਰੀ 5 ਵਕਤ ਦੀ ਨਮਾਜ਼ ਕਿਹੜੀ ਹੋਵੇ। ਔਰ ਧਿਆਨ ਦੇਣਾ, ਇਸ ਨਮਾਜ਼ ਦੀ ਖਾਸੀਅਤ ਇਹ ਹੈ, ਇਹਦੇ ਲਈ ਸਤਿਗੁਰ ਕਹਿੰਦੇ ਨੇ, ਤੈਨੂੰ ਕਿਸੇ ਵਕਤ ਨੂੰ ਨਹੀਂ ਲੱਭਣਾ ਪਏਗਾ ਵੀ ਇਸ ਵਕਤ ਹੀ ਨਮਾਜ਼ ਪੜ੍ਹਨੀ ਹੈ। ਧਿਆਨ ਦੇਣਾ, ਜੇ ਮੁਸਲਮਾਨ ਵੀਰ ਮੰਨ ਲਓ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਮਾਜ਼ ਪੜ੍ਹਨ ਤੋਂ ਉਹ ਰਹਿ ਗਿਆ ਹੈ, ਤੇ ਉਹਦੀ ਉਹ ਨਮਾਜ਼ ਅੱਜ ਦੀ ਲੰਘ ਗਈ, ਖੁੰਝ ਗਈ, ਉਸ ਨੂੰ ਦੂਜੇ ਵਕਤ ਦੇ ਅੰਦਰ ਨਹੀਂ ਪੜ੍ਹ ਸਕਦਾ। ਪਰ ਮੇਰੇ ਸਤਿਗੁਰ ਕਹਿੰਦੇ ਨੇ, ਮੈਂ ਤੈਨੂੰ ਐਸੀ ਨਮਾਜ਼ ਦੇ ਕੇ ਚੱਲਿਆ ਗੁਰੂ ਕੇ ਸਿੱਖਾ, ਇਹ ਨਮਾਜ਼ ਜਦੋਂ ਤੂੰ ਪੜ੍ਹਨੀ ਚਾਹੇ ਉਦੋਂ ਹੀ ਪੜ੍ਹ ਲਈ। ਤੇ ਇੱਕ ਗੱਲ ਚੇਤੇ ਰੱਖੀ, ਇਹ ਨਮਾਜ਼ ਇੱਕ ਵਕਤ ਦੀ ਮੁਹਤਾਜ ਨਹੀਂ, ਇਹ ਨਮਾਜ਼ ਸਿੱਖ ਨੇ ਹਰ ਵੇਲੇ ਕਰਨੀ ਹੈ, ਕਿਉਂਕਿ ਇਹ ਬਾਹਰ ਦੀ ਨਮਾਜ਼ ਨਹੀਂ ਹੈ, ਇਹ ਨਮਾਜ਼ ਤੇਰੇ ਅੰਦਰ ਦੀ ਹੈ।
ਇਹ ਨਮਾਜ਼ ਤੇਰੇ ਮਨ ਦੀ ਹੈ। ਸਤਿਗੁਰੂ ਕਿਹੜੀ ਨਮਾਜ਼ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਪਹਿਲਾ ਸੱਚ ਹਲਾਲ ਦੋਏ। ਸਭ ਕਹਿੰਦੇ ਨੇ ਪਹਿਲੀ ਨਮਾਜ਼ ਸੁਣ ਤੂੰ ਕਰਨੀ ਹੈ ਸੱਚ ਦੀ। ਆਪਣੇ ਮਨ ਵਿੱਚ, ਆਪਣੇ ਹਿਰਦੇ ਦੇ ਵਿੱਚ ਸੱਚ ਪੈਦਾ ਕਰ। ਸੱਚ ਨਾਲ ਜੁੜਨਾ, ਸੱਚ ਨੂੰ ਕਮਾਣਾ, ਸੱਚ ਨੂੰ ਵੇਖਣਾ, ਸੱਚ ਵਿੱਚ ਵਰਤਣਾ, ਇਹ ਤੇਰੇ ਜੀਵਨ ਦੀ ਪਹਿਲੀ ਨਮਾਜ਼ ਹੈ। ਤੂੰ ਆਪਣੀ ਇਸ ਰਸਨਾ ਤੋਂ ਝੂਠ ਨਹੀਂ ਬੋਲਣਾ। ਤੂੰ ਇਸ ਸੰਸਾਰ ਦੇ ਅੰਦਰ ਸੱਚ ਕਰਤਾਰ ਕਰਤਾ ਪਰਮਾਤਮਾ ਨਾਲ ਜੁੜਨਾ ਹੈ। ਤੇਰੀ ਪਹਿਲੀ ਨਮਾਜ਼ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੱਚ ਦੀ ਹੋਵੇ। ਔਰ ਧਿਆਨ ਦੇਣਾ, ਜੀਵਨ ਦਾ ਪਹਿਲਾ ਨੇਮ ਹੀ ਸੱਚ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤੂੰ ਸੱਚ ਕਮਾਏਂਗਾ ਤੇ ਸੱਚੇ ਨਾਲ ਜੁੜੇਂਗਾ, ਤੇ ਜੇ ਸੱਚ ਕਮਾਇਆ ਹੀ ਨਾ ਤੇ ਸਤਿਗੁਰ ਕਹਿੰਦੇ ਨੇ ਫਿਰ ਤੇਰੇ ਜੀਵਨ ਵਿੱਚ ਸੱਚ ਆਏਗਾ ਕਿਵੇਂ? ਹੁਣ ਜਿੰਦੇ ਨਾਲ ਜੁੜਨਾ ਹੈ ਉਹ ਸੱਚ ਹੈ, ਤੇ ਸੱਚ ਨਾਲ ਉਦੋਂ ਜੁੜੋਗੇ ਜਦੋਂ ਜੀਵਨ ਵਿੱਚ ਸੱਚ ਹੋਏਗਾ। ਝੂਠਾ ਬੰਦਾ ਸੱਚ ਨਾਲ ਕਿਵੇਂ ਜੁੜੇਗਾ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਹਿਲਾ ਸੱਚ ਹਲਾਲ ਦੋਏ। ਪਹਿਲੀ ਨਮਾਜ਼ ਤੇਰੀ ਸੱਚ ਦੀ ਹੈ। ਆਪਣੀ ਸਰਸਨਾ ਤੋਂ ਤੂੰ ਸੱਚ ਬੋਲਣਾ ਹੈ। ਤੇਰੀ ਕਰਨੀ ਦੇ ਵਿੱਚ ਸੱਚ ਹੋਵੇ। ਤੇਰੀ ਜੀਵਨ ਦੇ ਅੰਦਰ ਜਿਹੜੇ ਕਰਮ ਤੂੰ ਕਰ ਰਿਹਾ ਤੇਰੇ ਉਹਨਾਂ ਕਰਮਾਂ ਦੇ ਵਿੱਚੋਂ ਸੱਚ ਪ੍ਰਤੀਤ ਵਿੱਚ ਆਵੇ। ਖਿਆਲ ਕਰਿਓ, ਬੰਦਾ ਆਪਣੇ ਜੀਵਨ ਵਿੱਚ ਪੈਰ ਪੈਰ ਤੇ ਝੂਠ ਦਾ ਸਹਾਰਾ ਲੈਂਦਾ ਹੈ, ਔਰ ਇਹ ਸੋਚਦਾ ਵੀ ਜੇ ਮੈਂ ਇੱਥੇ ਝੂਠ ਨਾ ਬੋਲਿਆ ਤੇ ਫਿਰ ਮੇਰੇ ਜੀਵਨ ਦੇ ਅੰਦਰ ਆ ਕਮੀ ਰਹਿ ਜਾਏਗੀ। ਮੰਨ ਲਓ ਸੰਸਾਰ ਜਗਤ ਦੇ ਅੰਦਰ ਕੋਈ ਇਨਸਾਨ ਕਿਸੇ ਕਿੱਤੇ ਵਪਾਰ ਦੇ ਅੰਦਰ ਹੈ। ਹੁਣ ਜਦੋਂ ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ, ਕਿਸੇ ਵੀ ਕੰਡੀਸ਼ਨ, ਕਿਸੇ ਵੀ ਅਵਸਥਾ ਦੇ ਅੰਦਰ ਸਿਰਫ ਇੱਕ ਫਿਰਕੇ ਦੀ ਗੱਲ ਨਹੀਂ ਹੈ। ਐਗਜ਼ਾਮਪਲ ਸਿਰਫ ਇੱਕ ਵਾਰੀ, ਇੱਕ ਥਾਂ ਜਾਂ ਇੱਕ ਜਗ੍ਹਾ ਦੀ, ਇੱਕ ਕਿੱਤੇ ਦੀ ਦਿੱਤੀ ਜਾ ਸਕਦੀ ਹੈ, ਪਰ ਖਿਆਲ ਕਰਿਓ ਉਹਨੂੰ ਟੁਕਾ ਕੇ ਸਾਨੂੰ ਸਾਰਿਆਂ ਵਿੱਚ ਵੇਖਣਾ ਪਏਗਾ। ਬਾਜ਼ਾਰ ਵਿੱਚ ਅਸੀਂ ਕੋਈ ਵਸਤੂ ਖਰੀਦਣ ਜਾਂਦੇ ਹਾਂ, ਸਾਧ ਸੰਗਤ ਉਸ ਵਸਤੂ ਦੀ ਇੱਕ ਕੀਮਤ ਹੈ। ਉਸ ਵਸਤੂ ਦੀ ਇੱਕ ਕੀਮਤ ਨਿਯਤ ਕੀਤੀ ਗਈ ਹੈ। ਉਸ ਵਸਤੂ ਤੋਂ ਦੁਕਾਨਦਾਰ ਕਮਾ ਲਵੇ, 10 ਰੁਪਏ ਕਮਾ ਲਏ, 20 ਕਮਾ ਲਏ, ਪਰ ਖਿਆਲ ਕਰਿਓ ਜੇ ਉਹ ਝੂਠ ਦਾ ਸਹਾਰਾ ਲਏ ਤੇ ਝੂਠ ਦਾ ਸਹਾਰਾ ਲੈ ਕੇ ਆਖੇ ਜੀ ਨਹੀਂ, ਉਸ ਤੇ ਡਬਲ ਬੈਨੀਫਿਟ ਕਮਾ ਕੇ ਆਖੇ ਵੀ ਮੈਨੂੰ ਤੇ ਮਿਲੀ ਇੰਨੇ ਦੀ ਏ, ਮੇਰੇ ਸਤਿਗੁਰ ਕਹਿੰਦੇ ਨੇ ਫਿਰ ਤੇਰੇ ਅੰਦਰ ਸੱਚ ਨਹੀਂ ਹੈ। ਫਿਰ ਤੂੰ ਸਵੇਰੇ ਉੱਠ ਕੇ ਬੇਸ਼ੱਕ ਲੱਖ ਵਾਰੀ ਪਾਣੀ ਦਾ ਪਾਠ ਪੜ੍ਹਦਾ ਹੋਵੇਂ, ਫਿਰ ਤੂੰ ਲੱਖ ਵਾਰੀ ਬੇਸ਼ੱਕ ਸਵੇਰੇ ਉੱਠ ਕੇ ਉੱਜੂ ਸਾਜ ਕੇ ਨਮਾਜ਼ ਪੜ੍ਹਦਾ ਹੋਵੇਂ, ਪਰ ਸੱਚ ਹੈ ਤੇਰੀ ਉਪੜੀ ਨਮਾਜ਼, ਤੇਰਾ ਉਹ ਕੀਤਾ ਪਾਠ ਤੇਰੇ ਜੀਵਨ ਦੇ ਅੰਦਰ ਬਦਲਾਅ ਨਹੀਂ ਲੈ ਕੇ ਆਇਆ। ਤੂੰ ਅਜੇ ਵੀ ਝੂਠ ਨਾਲ ਜੁੜਿਆ ਹੋਇਆ। ਪਹਿਲਾ ਸੱਚ ਹਲਾਲ ਦੋਏ। ਦੂਜੀ ਨਮਾਜ਼ ਸਾਹਿਬ ਕਹਿੰਦੇ ਨੇ ਤੇਰੇ ਅੰਦਰ ਹਲਾਲ। ਹਲਾਲ ਦਾ ਆਖਰੀ ਅਰਥ ਹੈ ਧਰਮ ਦੀ ਕਿਰਤ। ਇੱਕ ਸ਼ਬਦ ਅਸੀਂ ਆਮ ਸੰਸਾਰ ਵਿੱਚ ਵਰਤਦੇ ਹਾਂ। ਜਦੋਂ ਕੋਈ ਬੰਦਾ ਧਰਮ ਦੀ ਕਿਰਤ ਨਾ ਕਰਦਾ ਹੋਵੇ, ਉਹਦੀ ਕਿਰਤ ਦੇ ਵਿੱਚ ਮੈਲ ਹੋਵੇ, ਤੇ ਅਸੀਂ ਕਹਿੰਦੇ ਹਾਂ ਵੀ ਫਲਾਣਾ ਬੰਦਾ ਤੇ ਹਰਾਮ ਦੀ ਕਮਾਈ ਖਾਂਦਾ ਹੈ। ਹੁਣ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇਰੀ ਕਿਰਤ ਦੇ ਵਿੱਚ ਹਲਾਲ ਹੋਵੇ, ਭਾਵ ਜਿਹੜੀ ਤੂੰ ਕਿਰਤ ਕਰ ਰਿਹਾ ਸਤਿਗੁਰ ਕਹਿੰਦੇ ਨੇ ਉਹ ਮਿਹਨਤ ਦੀ ਹੋਵੇ। ਜੇ ਤੈਨੂੰ ਲੱਖ ਰੁਪਈਆ ਤਨਖਾਹ ਮਿਲਦੀ ਏ, ਦਫ਼ਤਰ ਦੇ ਅੰਦਰ ਤੂੰ ਬੈਠਾ, ਏਸੀ ਦਫ਼ਤਰ ਦੇ ਅੰਦਰ ਤੂੰ ਬੈਠਾ ਕੰਮ ਕਰ ਰਿਹਾ ਹੈ, ਤੇਰੇ ਕੋਲੋਂ ਕੋਈ ਬੰਦਾ ਕੰਮ ਕਰਾਉਣ ਆਇਆ ਹੈ, ਕੋਈ ਮਾਤੜ ਬੰਦਾ ਦੂਰੋਂ ਚੱਲ ਕੇ ਆਇਆ ਹੈ, ਉਹ ਤੇਰੇ ਤੱਕ ਪਹੁੰਚਣ ਤੱਕ ਉਹਨੇ 2 ਵਾਰੀ 3 ਵਾਰ ਬੱਸ ਬਦਲੀ, ਤੇਰੇ ਤੱਕ ਪਹੁੰਚਿਆ। ਉਹ ਗਰਮੀ ਦੇ ਨਾਲ, ਪਸੀਨੇ ਦੇ ਨਾਲ ਲੱਥ-ਪੱਥ ਤੇਰੇ ਕੋਲ ਪਹੁੰਚਿਆ, ਤੇ ਤੈਨੂੰ ਉਹਨੇ ਕਿਹਾ ਕਿ ਮੇਰਾ ਆ ਕੰਮ ਇਸ ਮੇਰੀ ਫਾਈਲ ਤੇ ਆਪਣੇ ਸਿਗਨੇਚਰ ਕਰ ਦਿਓ, ਮੇਰਾ ਕੰਮ ਹੋ ਜਾਏਗਾ। ਤੇ ਤੂੰ ਉਸ ਫਾਈਲ ਤੇ ਸਿਗਨੇਚਰ ਕਰਨ ਲੱਗਿਆ ਇਹ ਸੋਚੇ ਵੀ ਮੈਂ ਸਿਗਨੇਚਰ ਤਾਂ ਕਰਾਂ ਵੀ ਜੇ ਇਹਦੇ ਬਦਲੇ ਵਿੱਚ ਮੈਨੂੰ ਕੁਝ ਰਿਸ਼ਵਤ ਮਿਲ ਜਾਏ। ਜੇ ਮੈਨੂੰ ਰਿਸ਼ਵਤ ਮਿਲ ਜਾਏ ਕਿੰਨਾ ਚੰਗਾ ਹੋਵੇ। ਲੱਖ ਰੁਪਈਆ ਤੇਰੀ ਤਨਖਾਹ, ਏਸੀ ਰੂਮ ਵਿੱਚ ਤੂੰ ਬੈਠਾ, ਏਸੀ ਤੇਰੇ ਘਰ ਵਿੱਚ ਲੱਗੇ ਨੇ, ਇੰਨੀ ਤੈਨੂੰ ਮਾਲਕ ਨੇ ਰਹਿਮਤ ਕੀਤੀ ਤੇਰੇ ਤੇ, ਅਜੇ ਇੱਕ ਗਰੀਬ ਬੰਦੇ ਦੇ ਜੇਬ ਵੱਲ ਤੇਰਾ ਧਿਆਨ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਂਝ ਭਾਵੇਂ ਤੂੰ ਸਵੇਰੇ ਉੱਠ ਕੇ 5 ਬਾਣੀਆਂ ਦਾ ਪਾਠ ਕਰਕੇ ਕਿਉਂ ਨਾ ਆਇਆ ਹੋਵੇ, ਉਂਝ ਤੂੰ ਭਾਵੇਂ ਸਵੇਰੇ ਉੱਠ ਕੇ ਨਮਾਜ਼ ਪੜ੍ਹ ਕੇ ਕਿਉਂ ਨਾ ਆਇਆ ਹੋਵੇ, ਹਰ ਧਰਮ ਦੇ ਬੰਦੇ ਨੂੰ ਮੁਖਾਤਬ ਹੈ ਬਚਨ। ਐਸਾ ਨਹੀਂ ਸਤਿਗੁਰ ਨੇ ਸਿਰਫ ਮੁਸਲਮਾਨ ਦੀ ਗੱਲ ਕੀਤੀ ਹੈ। ਬਾਬਾ ਨਾਨਕ ਜੀ ਕਹਿੰਦੇ ਨੇ ਗੁਰੂ ਕੇ ਸਿੱਖਾ
ਇਹ ਹੁਕਮ ਇਹ ਬਚਨ ਤੇਰੇ ਤੇ ਵੀ ਟੁਕਦਾ। ਤੂੰ ਵੀ ਤੇ ਸਵੇਰੇ ਉੱਠ ਕੇ ਨਿਤਨੇਮ ਕਰਨਾ ਹੈ, ਤੂੰ ਵੀ ਤੇ ਜਾ ਕੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੀ ਬਾਣੀ ਪੜ੍ਹਨਾ ਹੈ, ਤੂੰ ਵੀ ਤੇ ਆਪਣੇ ਸਤਿਗੁਰ ਦੇ ਚਰਨਾਂ ਅੱਗੇ ਸਿਰ ਝੁਕਾਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਬਚਨ ਤੇਰੇ ਤੇ ਵੀ ਟੁਕਦੇ ਨੇ। ਤਾਂ ਹੀ ਬਾਬਾ ਨਾਨਕ ਜੀ ਕਹਿੰਦੇ ਨੇ ਪਹਿਲਾ ਸੱਚ ਹਲਾਲ ਦੋਏ। ਹੋਣਾ ਹੀ ਚਾਹੀਦਾ ਸੀ ਉਸ ਬੰਦੇ ਨੂੰ ਤੂੰ ਬੜੇ ਸਤਿਕਾਰ ਨਾਲ ਬਿਠਾਏ, ਉਹਦਾ ਕੰਮ ਵੇਖੇ ਤੇ ਸਿਗਨੇਚਰ ਕਰੇ, ਪਾਣੀ ਪੁੱਛੇ, ਚਾਹ ਪੁੱਛੇ, ਕਿਉਂਕਿ ਉਸ ਬੰਦੇ ਦੇ ਕਰਕੇ ਤੈਨੂੰ ਇਹ ਅਹੁਦਾ ਮਿਲਿਆ ਹੈ। ਜੇ ਸੱਚ ਜਾਣਿਓ ਇਹ ਕੰਮ ਨਾ ਹੁੰਦਾ, ਇਹ ਕਾਰਜ ਕਰਵਾਉਣ ਵਾਲੇ ਨਾ ਹੁੰਦੇ ਤੇ ਤੇਰੇ ਕੋਲੋਂ ਆ ਅਹੁਦਾ ਆ ਪਦ ਨਾ ਹੁੰਦਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪਣਾ ਨਜ਼ਰੀਆ ਚੇਂਜ ਕਰ, ਬਦਲ। ਔਰ ਧਿਆਨ ਦੇਣਾ ਹੈ ਨਮਾਜ਼ ਕਿਸੇ ਇੱਕ ਵਕਤ ਦੀ ਨਹੀਂ। ਸੱਚ ਐਸਾ ਨਹੀਂ ਹੈ ਬੰਦਾ ਸਵੇਰੇ ਬੋਲੇ ਤੇ ਸ਼ਾਮ ਨੂੰ ਆਖੇ ਮੈਂ ਸੱਚ ਨਹੀਂ ਬੋਲਣਾ, ਦੁਪਹਿਰ ਨੂੰ ਆਖੇ ਮੈਂ ਸੱਚ ਨਹੀਂ ਬੋਲ। ਸੱਚ ਹਰ ਵਕਤ ਦੀ ਨਮਾਜ਼ ਹੈ, ਹਰ ਵੇਲੇ ਬੰਦੇ ਨੇ ਸੱਚ ਨਾਲ ਜੁੜਨਾ ਹੈ। ਤੇ ਸਤਿਗੁਰੂ ਕਹਿੰਦੇ ਨੇ ਦੂਜੀ ਹਲਾਲ ਦੀ ਕਮਾਈ, ਧਰਮ ਦੀ ਕਮਾਈ, ਧਰਮ ਦੀ ਕਿਰਤ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਸਿਧਾਂਤ ਦਿੱਤੇ, ਉਹਨਾਂ ਸਿਧਾਂਤਾਂ ਦੇ ਵਿੱਚ ਮੇਰੇ ਸਤਿਗੁਰ ਨੇ ਸਭ ਤੋਂ ਪਹਿਲਾਂ ਕਿਰਤ ਨੂੰ ਰੱਖਿਆ ਹੈ। ਤੇ ਕਿਰਤ ਵੀ ਸਤਿਗੁਰ ਨੇ ਆਖਿਆ ਤੂੰ ਧਰਮ ਦੀ ਕਰੇ। ਪਾਤਸ਼ਾਹ ਜੀ ਦੇ ਸ਼ਬਦ ਨੇ ਤਾਂ ਹੀ ਤੇ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਸਭ ਤੋਂ ਪਹਿਲਾਂ ਧਰਮ ਦੀ ਕਿਰਤ ਹੈ। ਜੇ ਸ੍ਰੀ ਕਿਰਤ ਦੇ ਅੰਦਰੋਂ ਧਰਮ ਨਜ਼ਰ ਆਵੇ, ਸੱਚ ਸਾਧ ਸੰਗਤ ਆਪਾਂ ਕਦੀ ਫੋਰਨ ਵਿੱਚ ਜਾਂਦੇ ਆ, ਤੁਸੀਂ ਵੇਖੋ ਉਸ ਥਾਂ ਤੇ ਇੱਕ ਜਗ੍ਹਾ ਤੇ ਚੀਜ਼ਾਂ ਰੱਖੀਆਂ ਹੋਈਆਂ ਨੇ, ਫਰੂਟ ਪਏ ਨੇ। ਉਸ ਜਗ੍ਹਾ ਤੇ ਇੱਕ ਫਰੂਟਾਂ ਨੂੰ ਤੋਲਣ ਦੇ ਲਈ ਇੱਕ ਛੋਟਾ ਜਿਹਾ ਉਹਨਾਂ ਨੇ ਤਰਾਜੂ ਲਾਇਆ ਹੈ। ਹੁਣ ਜਦੋਂ ਤੁਸੀਂ ਉਸ ਤਰਾਜੂ ਦੇ ਵਿੱਚ ਫਰੂਟ ਰੱਖਦੇ ਹੋ, ਉੱਤੇ ਲਿਖਿਆ ਆ ਜਾਂਦਾ ਵੀ ਤੁਸੀਂ ਇੰਨੀ ਜਿਹੜੀ ਡਾਲਰ ਹੈ ਉਹਨੇ ਦੇ ਤੁਸੀਂ ਚੀਜ਼ ਖਰੀਦ ਲਈਏ। ਉੱਥੇ ਉਹਨਾਂ ਨੇ ਇੱਕ ਗੋਲਕ ਰੱਖੀ ਹੋਈ, ਗੋਲਕ ਦੀ ਤਰ੍ਹਾਂ ਰੱਖਿਆ ਹੋਇਆ ਇੱਕ, ਉਹਦੇ ਵਿੱਚ ਤੁਸੀਂ ਮਾਇਆ ਪਾ ਦਿੰਦੇ ਹੋ। ਉੱਥੇ ਕੋਈ ਬੰਦਾ ਨਹੀਂ। ਪਰ ਵੇਖੋ ਸੱਚ ਵਿੱਚ ਮੈਂ ਕਹਿੰਦਾ ਅਸੀਂ ਧਰਮ ਦੇ ਬਾਣੇ ਪਾਏ, ਬਾਣੇ ਪਾ ਕੇ ਕੋਈ ਧਰਮੀ ਨਹੀਂ ਬਣਦਾ। ਧਰਮ ਕਮਾਇਆ ਜਾਂਦਾ ਹੈ ਇਸ ਢੰਗ ਦੇ ਨਾਲ। ਮੈਂ ਕਹਿੰਦਾ ਉਹ ਬੰਦੇ, ਜੇ ਕਿਤੇ ਸਾਡੇ ਦੇਸ਼ ਵਿੱਚ ਐਸਾ ਸਿਸਟਮ ਹੋਵੇ, ਇੱਥੇ ਤੇ ਤੁਸੀਂ ਬਾਹਰ ਚੀਜ਼ ਰੱਖ ਕੇ ਦੇਖੋ, ਇੱਕ ਖਿੰਨ ਵੀ ਨਹੀਂ ਲੱਗਦਾ, ਚੀਜ਼ ਤੁਹਾਨੂੰ ਮਿਲੇਗੀ ਨਹੀਂ ਕਿੱਧਰ ਗਈ। ਪਰ ਮੇਰੇ ਸਤਿਗੁਰੂ ਕਹਿੰਦੇ ਨੇ ਜੇ ਧਰਮ ਕਮਾਣਾ ਹੈ ਤੇ ਇਸ ਢੰਗ ਨਾਲ ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਸਭ ਕਹਿੰਦੇ ਨੇ ਸਾਰੀ ਖਲਕਤ ਦੀ ਖੈਰ ਮੰਗ, ਖੁਦਾ ਦੇ ਚਰਨਾਂ ਵਿੱਚ ਜੁੜ ਕੇ ਉਸ ਕਰਤੇ ਦੀ ਕਾਦਰ ਦੀ ਬਣਾਈ ਕੁਦਰਤ ਦੀ ਖੈਰ ਮੰਗ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ। ਧਿਆਨ ਦੇਣਾ ਸਰਬੱਤ ਦੇ ਭਲੇ ਵਿੱਚ ਸਿਰਫ ਗੁਰਦੁਆਰੇ ਦੇ ਅੰਦਰ ਦੀ ਸੇਵਾ ਨਹੀਂ ਆਉਂਦੀ। ਸਰਬੱਤ ਦੇ ਭਲੇ ਵਿੱਚ ਜੀਵਨ ਦੀ ਜਿੱਥੇ ਤੁਸੀਂ ਜਾ ਰਹੇ ਹੋ, ਵਿਚਰ ਰਹੇ ਹੋ, ਹਰ ਥਾਂ ਸਰਬੱਤ ਦੇ ਭਲੇ ਵਿੱਚ ਹੈ। ਘਰ ਬਾਪੂ ਨੂੰ ਪਾਣੀ ਗਲਾਸ ਛੁਪਾ ਕੇ ਨਹੀਂ ਦੇਣਾ ਤੇ ਗੁਰਦੁਆਰੇ ਸ਼ਬੀਲ ਦੀ ਸੇਵਾ ਕਰਨੀ। ਮੇਰੇ ਸਤਿਗੁਰ ਕਹਿੰਦੇ ਨੇ ਕਿੱਥੇ ਖੈਰ ਖੁਦਾਏ ਹੈ। ਸੱਚ ਹੈ ਨਾ, ਬੰਦਾ ਆਪਣੇ ਘਰ ਦੇ ਵਿੱਚ ਨੱਕ ਵੱਟਦਾ ਹੈ, ਜੇ ਕਿਤੇ ਘਰ ਵਿੱਚ ਕੰਮ ਕਰਨ ਵਾਲਾ ਕੋਈ ਕੰਮ ਕਰਨ ਵਾਲੀ ਏ। ਸੱਚ ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਸੱਚ ਵਿੱਚ ਉਹਦੇ ਕੋਲੋਂ ਚੀਜ਼ ਇੱਕ ਟੁੱਟ ਜਾਏ, ਸਾਡਾ ਅੰਦਰ ਉਸੇ ਵੇਲੇ ਜ਼ੁਬਾਨ ਬੋਲ ਪੈਂਦੀ ਹੈ ਵੀ ਤੇਰੀ ਤਨਖਾਹ ਵਿੱਚੋਂ ਪੈਸੇ ਕੱਟਾਂਗੀ, ਤੇਰਾ ਤੇ ਰੋਜ਼ ਦਾ ਕੰਮ ਹੋ ਗਿਆ। ਪਰ ਕਿੰਨਾ ਚੰਗਾ ਹੋਵੇ ਅਸੀਂ ਉਹਨੂੰ ਕੋਲੋਂ ਬਿਠਾ ਕੇ ਆਖੀਏ ਨਹੀਂ ਕੋਈ ਗੱਲ ਨਹੀਂ, ਅੱਗੇ ਤੋਂ ਧਿਆਨ ਰੱਖੀਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੀਜਾ ਖੈਰ ਖੁਦਾਏ। ਇਹ ਖੈਰ ਖੁਦਾਏ, ਖੁਦਾ ਦੀ ਬਣਾਈ ਖਲਕਤ ਦੀ ਖੈਰ ਮੰਗਣੀ। ਇਹ ਸਿਰਫ ਮੰਦਰ ਗੁਰਦੁਆਰੇ ਮਸਜਿਦ ਤੱਕ ਸੀਮਤ ਨਾ ਰੱਖੀਏ, ਇਹਨੂੰ ਪ੍ਰੈਕਟੀਕਲ ਆਪਣੇ ਜੀਵਨ ਵਿੱਚ ਲੈ ਕੇ ਚੱਲੀਏ, ਫਿਰ ਸਮਝ ਆਏਗੀ ਪ੍ਰਮਾਤਮਾ ਦੀ ਕੁਦਰਤ ਦੀ, ਇਹਨਾਂ ਗੁਣਾਂ ਦੀ। ਫਿਰ ਸਾਹਿਬ ਕਹਿੰਦੇ ਨੇ ਚੌਥੀ ਨੀਅਤ ਰਾਸ ਮਨ। ਚੌਥੀ ਨੀਅਤ ਰਾਸ ਮਨ, ਆਪਣੇ ਮਨ ਦੀ ਰਾਸ ਪੂੰਜੀ, ਆਪਣੀ ਨੀਅਤ ਨੂੰ ਸਾਫ਼ ਰੱਖਣਾ, ਇਹਦੇ ਵਿੱਚ ਮੈਲ ਨਾ ਪੈਦਾ ਹੋਣ ਦੇਣੀ। ਇਹਨਾਂ ਅੱਖਾਂ ਦੇ ਵਿੱਚ ਮੈਲ ਨਾ ਪੈਦਾ ਹੋਵੇ, ਸੁਰਤ ਵਿੱਚ ਮੈਲ ਨਾ ਪੈਦਾ ਹੋਵੇ, ਤੇਰੀ ਨੀਅਤ ਵਿੱਚ ਚੰਗਿਆਈਆਂ ਹੋਣ। ਸਤਿਗੁਰ ਕਹਿੰਦੇ ਨੇ ਚੰਗਿਆਈਆਂ ਨਾਲ ਜੁੜਨਾ, ਨੀਅਤ ਨੂੰ ਸਾਫ਼ ਰੱਖਣਾ, ਇਹ ਤੇਰੀ ਚੌਥੀ ਨਮਾਜ਼ ਹੈ। ਤੈਨੂੰ ਸਮਝ ਆ ਜਾਵੇ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨੇ। ਸੱਚ ਵਿੱਚ ਕਿੰਨੀ ਸੋਹਣੀ ਸਮਾਜ ਦੀ ਕਲਪਨਾ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ। ਸਾਹਿਬ ਕਹਿੰਦੇ ਨੇ ਤੂੰ ਤੇ ਵਕਤੀ ਤੌਰ ਤੇ ਨਮਾਜ਼ ਨਾਲ ਜੁੜ ਗਿਆ, ਮੁਸੱਲਾ ਵਿਛਾਣਾ ਏ, ਅੱਖਰ ਪੜ੍ਹਨਾ ਏ, ਉਹਨਾਂ ਨੂੰ ਕਦੀ ਆਪਣੇ ਜੀਵਨ ਵਿੱਚ ਲਾਗੂ ਕਰ।
ਆਹ 5 ਵੇਲੇ ਦੀ ਨਮਾਜ਼ ਪੜ੍ਹ ਲਾ, ਆਹ 5 ਨਮਾਜ਼ਾਂ ਪੜ੍ਹ ਲੈ, ਇਹ ਕਿਸੇ ਵਕਤ ਦੀਆਂ ਮੁਤਾਜ ਨਹੀਂ। ਸਾਹਿਬ ਕਹਿੰਦੇ ਨੇ ਨਾ ਸੱਚ ਵਕਤ ਦਾ ਮੁਤਾਜ ਹੈ, ਨਾ ਧਰਮ ਦੀ ਕਿਰਤ ਵਕਤ ਦੀ ਨਮਾਜ਼ ਹੈ, ਅੰਦਰ ਦੀ ਕਿਰਤ ਹੈ, ਅੰਦਰ ਦਾ ਸੱਚ ਹੈ, ਅੰਦਰ ਦੀ ਕਿਰਤ ਨਾਲ ਜੁੜ, ਸੱਚ ਨਾਲ ਜੁੜ। ਸਾਹਿਬ ਕਹਿੰਦੇ ਨੇ ਸੱਚ ਹੈ, ਅੰਦਰੋਂ ਬਣਾਈ ਰੱਬ ਦੀ ਕੁਦਰਤ ਦੀ ਖੈਰ ਮੰਗ, ਭਲਾ ਕਰ ਸੰਸਾਰ ਦਾ। ਪਾਤਸ਼ਾਹ ਕਹਿੰਦੇ ਨੇ ਨੀਅਤ ਵਿੱਚ ਰਾਸ ਲੈ ਕੇ ਆ, ਕਿਸੇ ਦਾ ਬੁਰਾ ਨਾ ਵੇਖ, ਕਿਸੇ ਦਾ ਬੁਰਾ ਨਾ ਕਰ, ਕਿਸੇ ਬਾਰੇ ਬੁਰਾ ਨਾ ਸੋਚ। ਪਾਤਸ਼ਾਹ ਕਹਿੰਦੇ ਨੇ ਪੰਜਵੀਂ ਸਿਫਤ ਸਨਾਏ, ਪੰਜਵੀਂ ਨਮਾਜ਼ ਤੇਰੀ ਹੈ ਪਰਮਾਤਮਾ ਦੀ ਵਡਿਆਈ ਕਰਨੀ, ਰੱਬ ਦੇ ਗੁਣ ਗਾਣੇ, ਕਰਤੇ ਦੀ ਕਿਰਤ ਕਰਨੀ, ਪੰਜਵੀਂ ਨਮਾਜ਼ ਹੈ। ਧਿਆਨ ਦੇਣਾ, ਅਸੀਂ ਕਰਤੇ ਦੀ ਕਿਰਤ ਤੇ ਬੜੀ ਕਰਨੇ ਆ, ਵਡਿਆਈ ਤੇ ਬੜੀ ਕਰਨੇ ਆ, ਕੀਰਤਨ ਵੀ ਸੁਣਨੇ ਆ, ਕੀਰਤਨ ਵੀ ਕਰਨੇ ਆ, ਪਾਠ ਵੀ ਸੁਣਨੇ ਆ, ਪਾਠ ਵੀ ਕਰਨੇ ਆ, ਪਰ ਸੱਚ ਪਹਿਲੀਆਂ 4 ਨਮਾਜ਼ਾਂ ਅਸੀਂ ਕਦੀ ਜੀਵਨ ਵਿੱਚ ਧਾਰਨ ਕੀਤੀਆਂ ਹੀ ਨਹੀਂ। ਸਤਿਗੁਰ ਨੇ ਸੱਚ ਤੋਂ ਗੱਲ ਸ਼ੁਰੂ ਕੀਤੀ ਏ, ਪਰਮਾਤਮਾ ਦੀ ਵਡਿਆਈ ਕਰਨ ਦੀ ਗੱਲ ਸਭ ਤੋਂ ਅਖੀਰ ਵਿੱਚ ਆਖੀਏ। ਕਿੰਨੀ ਕਮਾਲ ਦੀ ਗੱਲ ਹੈ, ਅਸੀਂ ਅਖੀਰ ਵਾਲਾ ਕਰਮ ਸਭ ਤੋਂ ਪਹਿਲਾਂ ਕਰਨੇ ਆ, ਪਰ ਦੂਜੇ 4 ਕਰਮ ਸਾਡੇ ਜੀਵਨ ਵਿੱਚ ਹੈ ਹੀ ਕੋਈ ਨਹੀਂ। ਅਸੀਂ ਕਹਿੰਦੇ ਸਿਰਫ ਪਾਠ ਕਰ ਲਿਆ ਬੜਾ ਹੈ, ਕੀਰਤਨ ਸੁਣ ਲਿਆ ਬਹੁਤ ਹੈ, ਪਰ ਸਤਿਗੁਰ ਕਹਿੰਦੇ ਨੇ ਇਹਨੂੰ ਇੰਪਲੀਮੈਂਟ ਕਿਦੋਂ ਕਰੇਗਾ ਆਪਣੇ ਜੀਵਨ ਵਿੱਚ, ਇਹਨੂੰ ਆਪਣੇ ਜੀਵਨ ਵਿੱਚ ਕਮਾਏਗਾ ਕਿਦੋਂ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਸਭ ਕਹਿੰਦੇ ਨੇ ਜੇ ਤੇਰੇ ਕੋਲੋਂ ਆ ਕਰਨੀ ਦਾ ਭਾਵ ਹੈ ਤੇਰੀ ਜੀਵਨ ਦਾ ਆਚਰਨ, ਤੇਰੇ ਕਰਮ, ਇਹ ਸਤਿਗੁਰ ਕਹਿੰਦੇ ਨੇ ਕਲਮਾ ਬਣ ਜਾਣ, ਇਹ ਤੇਰਾ ਉੱਚਾ ਆਚਰਨ ਕਲਮਾ ਬਣ ਜਾਣ। ਭਾਵ ਜਿਹੜੀਆਂ ਕਲਮਾਂ ਤੂੰ ਕੁਰਾਨ ਵਿੱਚੋਂ ਪੜ੍ਹਨਾ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇਰਾ ਆਚਰਨ ਇੰਨਾ ਸਾਫ਼ ਹੋਵੇ, ਜਿਸ ਗਲੀ ਦੇ ਵਿੱਚੋਂ ਤੂੰ ਲੰਘ ਜਾਏ ਲੋਕ ਕਹਿਣ ਵੀ ਸਿੱਖ ਇਹੋ ਜਿਹਾ ਹੋਣਾ ਚਾਹੀਦਾ, ਬੰਦਾ ਇਹੋ ਜਿਹਾ ਹੋਣਾ ਚਾਹੀਦਾ ਹੈ। ਤੇਰੀ ਕਰਨੀ, ਤੇਰਾ ਆਚਰਣ, ਤੇਰਾ ਕਰੈਕਟਰ, ਸਤਿਗੁਰ ਕਹਿੰਦੇ ਨੇ ਕਰਨੀ ਕਲਮਾ ਆਖ ਕਹਿਤਾ ਮੁਸਲਮਾਨ ਸਦਾਏ। ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ। ਸਭ ਕਹਿੰਦੇ ਨੇ ਹੋਰ ਜਿੰਨੇ ਕੂੜ ਨਾਲ ਜੁੜੇ ਹੋਏ ਨੇ, ਹੋਰ ਜਿੰਨੇ ਝੂਠ ਨਾਲ ਜੁੜੇ ਹੋਏ ਨੇ, ਸਭ ਕਹਿੰਦੇ ਨੇ ਉਹ ਲੱਖ ਨਮਾਜ਼ਾਂ ਪੜ੍ਹ ਲੈਣ, ਕੂੜ ਨਾਲ ਜੁੜੇ ਹੋਏ, ਸੱਚ ਵਿੱਚ ਝੂਠ ਨਾਲ ਜੁੜੇ ਹੋਏ ਝੂਠ ਨੂੰ ਹੀ ਪ੍ਰਾਪਤ ਕਰਦੇ ਨੇ। ਕੂੜੈ ਕੂੜੀ ਪਾਏ, ਉਹਨਾਂ ਦਾ ਸੰਬੰਧ ਸਦਾ ਝੂਠ ਨਾਲ ਹੁੰਦਾ ਹੈ, ਕੂੜ ਨਾਲ ਹੁੰਦਾ ਹੈ। ਸਭ ਕਹਿੰਦੇ ਨੇ ਤੂੰ ਕਰਤੇ ਨਾਲ ਜੁੜਨਾ ਹੈ, ਆ ਨਮਾਜ਼ਾਂ ਪੜ੍ਹ। ਇਹ ਨਮਾਜ਼ਾਂ ਕਿਸੇ ਵਕਤ ਦੀਆਂ ਮੁਹਤਾਜ ਨਹੀਂ। ਮੈਂ ਬੜੀ ਵਾਰੀ ਬੇਨਤੀ ਕਰਨਾ, ਕਦੀ ਤੁਸੀਂ ਕਿਸੇ ਮੁਸਲਮਾਨ ਵੀਰ ਨੂੰ ਆ 5 ਨਮਾਜ਼ਾਂ ਦਾ ਜ਼ਿਕਰ ਕਰਕੇ ਦੱਸੋ, ਉਹ ਕਿੰਨਾ ਖੁਸ਼ ਹੋਏਗਾ, ਕਹੇਗਾ ਕਮਾਲ ਹੈ, ਅਸੀਂ ਕਦੀ ਇਸ ਬਾਰੇ ਸੋਚਿਆ ਹੀ ਨਹੀਂ, ਅਸੀਂ ਸਿਰਫ ਵਕਤੀ ਤੌਰ ਤੇ ਨਮਾਜ਼ ਪੜ੍ਹਨੇ ਆ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਸਾਨੂੰ ਅਸਲ ਨਮਾਜ਼ ਦਸੀਏ, ਉਹ ਫਿਰ ਆਖੇਗਾ ਸੱਚ ਵਿੱਚ ਬਾਬਾ ਨਾਨਕ ਸਿਰਫ ਤੁਹਾਡਾ ਬਾਬਾ ਨਹੀਂ, ਇਹ ਸਾਡਾ ਵੀ ਬਾਬਾ ਹੈ। ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜ਼ਾਹਰ ਪੀਰ ਜਗਤ ਗੁਰ ਬਾਬਾ। ਧੰਨ ਗੁਰੂ ਨਾਨਕ ਸਾਹਿਬ ਤੁਸੀਂ ਜਗਤ ਦੇ ਬਾਬੇ ਹੋ, ਤੁਸੀਂ ਸਮੁੱਚੀ ਖਲਕਤ ਦੇ ਬਾਬੇ ਹੋ। ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੇਖ ਭਲਿਆ, ਜੇ ਸੱਚ ਵਿੱਚ ਕਰਤਾਰ ਕਰਤਾ ਮਾਲਕ ਅਕਾਲ ਪੁਰਖ ਰੱਬ ਜੀ ਅੱਲਾ ਨਾਲ ਜੁੜਨਾ ਹੈ, ਸਭ ਕਹਿੰਦੇ ਨੇ ਆਪਣੇ ਜੀਵਨ ਵਿੱਚ ਸੱਚ ਲਿਆ, ਆਪਣੇ ਜੀਵਨ ਵਿੱਚ ਧਰਮ ਦੀ ਕਿਰਤ ਲਿਆ, ਆਪਣੇ ਜੀਵਨ ਵਿੱਚ ਸਰਬੱਤ ਦੇ ਭਲੇ ਦੀ ਦਾਤ ਮੰਗ, ਆਪਣੇ ਜੀਵਨ ਦੇ ਵਿੱਚ ਆਪਣੀ ਨੀਅਤ ਨੂੰ ਰਾਸ ਵਿੱਚ ਲੈ ਕੇ ਆ। ਪਾਤਸ਼ਾਹ ਕਹਿੰਦੇ ਨੇ ਤੇਰੀ ਨੀਅਤ ਸੱਚ ਨਾਲ ਜੁੜ ਜਾਏ, ਤੇ ਪਾਤਸ਼ਾਹ ਕਹਿੰਦੇ ਨੇ ਸਦਾ ਕਰਤੇ ਦੀ ਸਿਫਤ ਸਲਾਹ ਕਰ। ਆ 5 ਵਕਤ ਦੀ ਨਮਾਜ਼, ਆ 5 ਨਮਾਜ਼ਾਂ ਜਿਹੜੀਆਂ ਕਿਸੇ ਵਕਤ ਦੀਆਂ ਮੁਹਤਾਜ ਨਹੀਂ, ਇਹ ਤੈਨੂੰ ਕਰਤੇ ਦੇ ਨਾਲ, ਕਰਤੇ ਦੇ ਗੁਣਾਂ ਨਾਲ, ਕਰਤੇ ਦੀ ਵਡਿਆਈ ਨਾਲ, ਕਰਤੇ ਦੇ ਨਾਮ ਨਾਲ ਜੋੜਨਗੀਆਂ। ਸਤਿਗੁਰ ਕਿਰਪਾ ਕਰਨ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾ ਪਾਵਨ ਬਚਨਾਂ ਦੀ ਸਮਝ ਸਤਿਗੁਰ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ